Qu'est-ce que vous voyez? Regardez très bien. Dites-moi ce que vous voyez. Est-ce que vous voyez quelque chose? Si, moi je vois quelque chose. Regardez plus près et dites-moi ce que vous voyez. Dans ce que vous voyez, il y a un homme, un enfant particulier, originaire d'Afrique, originaire du Cameroun, un enfant qui a une histoire particulière. Je pensais avoir une vie avec à mes côtés des êtres très chers. Une femme, des enfants. À la fin de mes études, j'ai rencontré une jeune fille. Et elle a accepté de m'épouser. C'était la joie totale. J'avais commencé à réaliser mon rêve. J'avais la joie espérée. Je me suis donné beaucoup de plaisir dans l'espoir d'un couple moderne et d'un avenir meilleur. Et le bonheur était désormais notre quête perpétuelle. Et cette femme et moi avons fondé une famille, un autre grand foyer. Nous croyons en l'avenir, nous croyons à la prospérité et aussi à la postérité. Et nous savons que demain se fera par nos enfants. Ils seront les garants de notre héritage. Alors, cette famille qui avait plein de sourires était confrontée à une grosse réalité. Le chef de famille que je suis, j'étais un gros malade. Mais alors gros malade. Parce que j'avais été foudroyé par une pathologie. Et désormais, toute cette famille devait faire face. Malgré toutes les difficultés, la famille essayait de se donner du sourire. Elle essayait d'avancer dans un pays où le chômage a un pourcentage record, où le taux de mortalité est élevé, où le développement sanitaire est des plus bas. Cette pathologie rongeait ce chef de famille que je suis, petit à petit, dans le silence. Dans le silence. Dès lors, la famille devait être séparée de son chef, mais non plus par la mort, mais par un voyage.
ਪਾਕਿਸਤਾਨ ਫੁੱਲ ਵੇਚਣਾ ਹਾਂ ਅਤੇ ਇਸ ਵਾਸਤੇ ਹੁਣ ਯੂਰਪ 'ਚ ਆ ਗਏ ਕਿਉਂਕਿ ਇੱਥੇ ਮੈਨੂੰ ਪਤਾ ਨਹੀਂ ਸੀ ਯੂਰਪ ਦਾ ਕਾਨੂੰਨ ਦਾ। ਅਤੇ ਕੋਈ ਲੋਕ ਡਰਾਉਂਦੇ ਹਨ ਪੁਲਿਸ ਦੀ ਵਜ੍ਹਾ ਤੋਂ ਕਿ ਬਈ ਤੈਨੂੰ ਲੱਭੜ ਕੇ ਡਿਪੋਰਟ ਕਰਨਗੇ, ਇਹ ਕਰਨਗੇ, ਉਹ ਕਰਨਗੇ। ਅਤੇ ਇਸ ਪਾਸੇ ਮੇਰੇ ਕੋਲ ਘਰ ਦਾ ਮਕਾਨ ਦਾ ਕਿਰਾਇਆ ਲੈਂਦੇ ਨੇ। ਫਿਰ ਉਸ ਤੋਂ ਬਾਅਦ ਘਰ ਟਿਕਣ ਵਾਲੀ ਤੱਕ ਮੈਂ ਕਰਨਾ ਨਹੀਂ ਭੇਜਿਆ ਕਿਉਂਕਿ ਮੈਨੂੰ ਇਸ ਤਰ੍ਹਾਂ ਲੋਕਾਂ ਨੇ ਖੱਜਲ ਖੁਆਰ ਕੀਤਾ। ਉਸ ਤੋਂ ਬਾਅਦ ਸ਼ਾਮ ਦੀ ਕੋਰਸ ਲੈਣਾ ਹੁਣ ਅਤੇ ਉੱਥੋਂ ਮੈਨੂੰ ਅੱਜ ਲੈਣ ਦੇ ਨਾਲ ਅਤੇ ਬਈ ਸਾਡਾ ਆਪਣਾ ਮਕਾਨ ਹੈ ਅਤੇ ਉਹਨਾਂ ਮਕਾਨ 'ਤੇ ਆਇਆ ਉਹ ਉਹਨਾਂ ਫਿਰ ਮੈਨੂੰ ਜਿਉਂ ਖੱਜਲ ਕੀਤਾ ਕਿ ਮੈਨੂੰ ਪਤਾ ਹੀ ਨਹੀਂ ਸੀ ਇੱਥੇ ਦੇ ਕਾਇਦੇ ਕਾਨੂੰਨ ਦਾ। ਨਾ ਮੈਨੂੰ ਇੰਗਲਿਸ਼ ਆਉਂਦੀ ਸੀ, ਨਾ ਮੈਨੂੰ ਫਰੈਂਚ ਆਉਂਦੀ ਸੀ, ਨਾ ਮੈਨੂੰ ਪਤਾ ਸੀ ਬਈ ਕਿੱਧਰ ਜਾਣਾ ਅਤੇ ਕਿੱਧਰੋਂ ਆਉਣਾ ਹੈ। ਇਸੇ ਤਰ੍ਹਾਂ ਫਿਰ ਖੱਜਲ ਖੁਆਰ ਹੁੰਦਾ ਨਾ ਇਸ ਨੌਬਤ ਤੱਕ ਮੈਂ ਪਹੁੰਚਿਆ ਸੋ ਇਸ ਪਾਸੇ ਮੈਨੂੰ ਸਾਰੇ ਛੱਡ ਗਏ ਨੇ। ਮੈਂ ਹੁਣ ਇਕੱਲਾ ਰਹਿ ਗਿਆ। ਮੈਂ ਪਾਕਿਸਤਾਨ ਫੁੱਲ ਵੇਚਣਾ ਹਾਂ ਅਤੇ ਇਸ ਵਾਸਤੇ ਹੁਣ ਯੂਰਪ 'ਚ ਆ ਗਏ ਕਿਉਂਕਿ ਇੱਥੇ ਮੈਨੂੰ ਪਤਾ ਨਹੀਂ ਸੀ ਯੂਰਪ ਦਾ ਕਾਨੂੰਨ ਦਾ। ਅਤੇ ਕੋਈ ਲੋਕ ਡਰਾਉਂਦੇ ਹਨ ਪੁਲਿਸ ਦੀ ਵਜ੍ਹਾ ਤੋਂ ਕਿ ਬਈ ਤੈਨੂੰ ਲੱਭੜ ਕੇ ਡਿਪੋਰਟ ਕਰਨਗੇ, ਇਹ ਕਰਨਗੇ, ਉਹ ਕਰਨਗੇ। ਅਤੇ ਇਸ ਪਾਸੇ ਮੇਰੇ ਕੋਲ ਘਰ ਦਾ ਮਕਾਨ ਦਾ ਕਿਰਾਇਆ ਲੈਂਦੇ ਨੇ। ਫਿਰ ਉਸ ਤੋਂ ਬਾਅਦ ਘਰ ਟਿਕਣ ਵਾਲੀ ਤੱਕ ਮੈਂ ਕਰਨਾ ਨਹੀਂ ਭੇਜਿਆ ਕਿਉਂਕਿ ਮੈਨੂੰ ਇਸ ਤਰ੍ਹਾਂ ਲੋਕਾਂ ਨੇ ਖੱਜਲ ਖੁਆਰ ਕੀਤਾ। ਉਸ ਤੋਂ ਬਾਅਦ ਸ਼ਾਮ ਦੀ ਕੋਰਸ ਲੈਣਾ ਹੁਣ ਅਤੇ ਉੱਥੋਂ ਮੈਨੂੰ ਅੱਜ ਲੈਣ ਦੇ ਨਾਲ ਅਤੇ ਬਈ ਸਾਡਾ ਆਪਣਾ ਮਕਾਨ ਹੈ ਅਤੇ ਉਹਨਾਂ ਮਕਾਨ 'ਤੇ ਆਇਆ ਉਹ ਉਹਨਾਂ ਫਿਰ ਮੈਨੂੰ ਜਿਉਂ ਖੱਜਲ ਕੀਤਾ ਕਿ ਮੈਨੂੰ ਪਤਾ ਹੀ ਨਹੀਂ ਸੀ ਇੱਥੇ ਦੇ ਕਾਇਦੇ ਕਾਨੂੰਨ ਦਾ। ਨਾ ਮੈਨੂੰ ਇੰਗਲਿਸ਼ ਆਉਂਦੀ ਸੀ, ਨਾ ਮੈਨੂੰ ਫਰੈਂਚ ਆਉਂਦੀ ਸੀ, ਨਾ ਮੈਨੂੰ ਪਤਾ ਸੀ ਬਈ ਕਿੱਧਰ ਜਾਣਾ ਅਤੇ ਕਿੱਧਰੋਂ ਆਉਣਾ ਹੈ। ਇਸੇ ਤਰ੍ਹਾਂ ਫਿਰ ਖੱਜਲ ਖੁਆਰ ਹੁੰਦਾ ਨਾ ਇਸ ਨੌਬਤ ਤੱਕ ਮੈਂ ਪਹੁੰਚਿਆ ਸੋ ਇਸ ਪਾਸੇ ਮੈਨੂੰ ਸਾਰੇ ਛੱਡ ਗਏ ਨੇ। ਮੈਂ ਹੁਣ ਇਕੱਲਾ ਰਹਿ ਗਿਆ। ਮੈਂ ਪਾਕਿਸਤਾਨ ਫੁੱਲ ਵੇਚਣਾ ਹਾਂ ਅਤੇ ਇਸ ਵਾਸਤੇ ਹੁਣ ਯੂਰਪ 'ਚ ਆ ਗਏ ਕਿਉਂਕਿ ਇੱਥੇ ਮੈਨੂੰ ਪਤਾ ਨਹੀਂ ਸੀ ਯੂਰਪ ਦਾ ਕਾਨੂੰਨ ਦਾ। ਅਤੇ ਕੋਈ ਲੋਕ ਡਰਾਉਂਦੇ ਹਨ ਪੁਲਿਸ ਦੀ ਵਜ੍ਹਾ ਤੋਂ ਕਿ ਬਈ ਤੈਨੂੰ ਲੱਭੜ ਕੇ ਡਿਪੋਰਟ ਕਰਨਗੇ, ਇਹ ਕਰਨਗੇ, ਉਹ ਕਰਨਗੇ। ਅਤੇ ਇਸ ਪਾਸੇ ਮੇਰੇ ਕੋਲ ਘਰ ਦਾ ਮਕਾਨ ਦਾ ਕਿਰਾਇਆ ਲੈਂਦੇ ਨੇ। ਫਿਰ ਉਸ ਤੋਂ ਬਾਅਦ ਘਰ ਟਿਕਣ ਵਾਲੀ ਤੱਕ ਮੈਂ ਕਰਨਾ ਨਹੀਂ ਭੇਜਿਆ ਕਿਉਂਕਿ ਮੈਨੂੰ ਇਸ ਤਰ੍ਹਾਂ ਲੋਕਾਂ ਨੇ ਖੱਜਲ ਖੁਆਰ ਕੀਤਾ। ਉਸ ਤੋਂ ਬਾਅਦ ਸ਼ਾਮ ਦੀ ਕੋਰਸ ਲੈਣਾ ਹੁਣ ਅਤੇ ਉੱਥੋਂ ਮੈਨੂੰ ਅੱਜ ਲੈਣ ਦੇ ਨਾਲ ਅਤੇ ਬਈ ਸਾਡਾ ਆਪਣਾ ਮਕਾਨ ਹੈ ਅਤੇ ਉਹਨਾਂ ਮਕਾਨ 'ਤੇ ਆਇਆ ਉਹ ਉਹਨਾਂ ਫਿਰ ਮੈਨੂੰ ਜਿਉਂ ਖੱਜਲ ਕੀਤਾ ਕਿ ਮੈਨੂੰ ਪਤਾ ਹੀ ਨਹੀਂ ਸੀ ਇੱਥੇ ਦੇ ਕਾਇਦੇ ਕਾਨੂੰਨ ਦਾ। ਨਾ ਮੈਨੂੰ ਇੰਗਲਿਸ਼ ਆਉਂਦੀ ਸੀ, ਨਾ ਮੈਨੂੰ ਫਰੈਂਚ ਆਉਂਦੀ ਸੀ, ਨਾ ਮੈਨੂੰ ਪਤਾ ਸੀ ਬਈ ਕਿੱਧਰ ਜਾਣਾ ਅਤੇ ਕਿੱਧਰੋਂ ਆਉਣਾ ਹੈ। ਇਸੇ ਤਰ੍ਹਾਂ ਫਿਰ ਖੱਜਲ ਖੁਆਰ ਹੁੰਦਾ ਨਾ ਇਸ ਨੌਬਤ ਤੱਕ ਮੈਂ ਪਹੁੰਚਿਆ ਸੋ ਇਸ ਪਾਸੇ ਮੈਨੂੰ ਸਾਰੇ ਛੱਡ ਗਏ ਨੇ। ਮੈਂ ਹੁਣ ਇਕੱਲਾ ਰਹਿ ਗਿਆ। ਮੈਂ ਪਾਕਿਸਤਾਨ ਫੁੱਲ ਵੇਚਣਾ ਹਾਂ ਅਤੇ ਇਸ ਵਾਸਤੇ ਹੁਣ ਯੂਰਪ 'ਚ ਆ ਗਏ ਕਿਉਂਕਿ ਇੱਥੇ ਮੈਨੂੰ ਪਤਾ ਨਹੀਂ ਸੀ ਯੂਰਪ ਦਾ ਕਾਨੂੰਨ ਦਾ। ਅਤੇ ਕੋਈ ਲੋਕ ਡਰਾਉਂਦੇ ਹਨ ਪੁਲਿਸ ਦੀ ਵਜ੍ਹਾ ਤੋਂ ਕਿ ਬਈ ਤੈਨੂੰ ਲੱਭੜ ਕੇ ਡਿਪੋਰਟ ਕਰਨਗੇ, ਇਹ ਕਰਨਗੇ, ਉਹ ਕਰਨਗੇ। ਅਤੇ ਇਸ ਪਾਸੇ ਮੇਰੇ ਕੋਲ ਘਰ ਦਾ ਮਕਾਨ ਦਾ ਕਿਰਾਇਆ ਲੈਂਦੇ ਨੇ। ਫਿਰ ਉਸ ਤੋਂ ਬਾਅਦ ਘਰ ਟਿਕਣ ਵਾਲੀ ਤੱਕ ਮੈਂ ਕਰਨਾ ਨਹੀਂ ਭੇਜਿਆ ਕਿਉਂਕਿ ਮੈਨੂੰ ਇਸ ਤਰ੍ਹਾਂ ਲੋਕਾਂ ਨੇ ਖੱਜਲ ਖੁਆਰ ਕੀਤਾ। ਉਸ ਤੋਂ ਬਾਅਦ ਸ਼ਾਮ ਦੀ ਕੋਰਸ ਲੈਣਾ ਹੁਣ ਅਤੇ ਉੱਥੋਂ ਮੈਨੂੰ ਅੱਜ ਲੈਣ ਦੇ ਨਾਲ ਅਤੇ ਬਈ ਸਾਡਾ ਆਪਣਾ ਮਕਾਨ ਹੈ ਅਤੇ ਉਹਨਾਂ ਮਕਾਨ 'ਤੇ ਆਇਆ ਉਹ ਉਹਨਾਂ ਫਿਰ ਮੈਨੂੰ ਜਿਉਂ ਖੱਜਲ ਕੀਤਾ ਕਿ ਮੈਨੂੰ ਪਤਾ ਹੀ ਨਹੀਂ ਸੀ ਇੱਥੇ ਦੇ ਕਾਇਦੇ ਕਾਨੂੰਨ ਦਾ।